ਹੈਲੋ ਸਟੂਡੈਂਟਸ, YouTube ਚੈਨਲ ਸੋਸ਼ੋ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ ਪੋਲੀਟੀਕਲ ਸਾਇੰਸ BA ਸੈਕੰਡ ਸਮੈਸਟਰ ਦੇ ਲਈ ਮੋਸਟ ਇੰਪੋਰਟੈਂਟ ਕੁਐਸਚਨਸ ਡਿਸਕਸ ਕਰਨ ਜਾ ਰਹੇ ਹਾਂ। ਨੇਮ ਆਫ ਦਾ ਪੇਪਰ ਇਜ਼ ਰਾਜਨੀਤਿਕ ਸਿਧਾਂਤ ਪਾਰਟ 2। ਇਸ ਨਾਲ ਸੰਬੰਧਿਤ ਇੰਪੋਰਟੈਂਟ ਕੁਐਸਚਨਸ ਤੁਹਾਨੂੰ ਇੰਗਲਿਸ਼ ਮੀਡੀਅਮ ਔਰ ਹਿੰਦੀ ਮੀਡੀਅਮ ਦੇ ਵਿੱਚ ਵੀ ਮਿਲ ਜਾਣਗੇ। ਉਸ ਦੇ ਲਈ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਲਿੰਕ 'ਤੇ ਕਲਿੱਕ ਕਰ ਸਕਦੇ ਹੋ। ਔਰ ਬਾਕੀ ਸਾਰੇ ਸਬਜੈਕਟਸ ਦੇ ਹੀ ਇੰਗਲਿਸ਼, ਹਿੰਦੀ ਔਰ ਪੰਜਾਬੀ ਮੀਡੀਅਮ ਦੇ ਵਿੱਚ ਇਹ ਵੀਡੀਓ ਅਪਲੋਡ ਕੀਤੇ ਗਏ ਹਨ। ਤੁਸੀਂ ਉੱਥੋਂ ਆਪਣੇ ਪੇਪਰ ਦੀ ਤਿਆਰੀ ਕਰ ਸਕਦੇ ਹੋ। ਕੁਝ ਸਬਜੈਕਟਸ ਦੇ ਹੁਣ ਅਜੇ ਕੰਮ ਚੱਲ ਰਿਹਾ ਹੈ, ਤੁਹਾਡੇ ਪੇਪਰ ਤੋਂ ਪਹਿਲਾਂ ਇਹ ਅਪਲੋਡ ਕਰ ਦਿੱਤੇ ਜਾਣਗੇ। ਇਹਨਾਂ ਕੁਐਸਚਨਸ ਦੀ ਤਿਆਰੀ ਤੁਸੀਂ ਬੇਫਿਕਰ ਹੋ ਕੇ ਕਰ ਸਕਦੇ ਹੋ। ਇਹਨਾਂ ਦੇ ਵਿੱਚੋਂ ਹੀ ਤੁਹਾਡਾ ਪੇਪਰ ਆਉਣਾ ਹੈ, ਲੇਕਿਨ ਇਸ ਦੇ ਵਿੱਚੋਂ ਕੋਈ ਕੁਐਸਚਨ ਛੱਡਣਾ ਨਹੀਂ ਹੈ ਔਰ ਇਹਨਾਂ ਨੂੰ ਤੁਹਾਡੇ ਪੇਪਰ ਦੇ ਪੈਟਰਨ ਦੇ ਅਕੋਰਡਿੰਗ ਹੀ ਤਿਆਰ ਕੀਤਾ ਗਿਆ ਹੈ। ਪਹਿਲਾਂ ਸ਼ਾਰਟ ਕੁਐਸਚਨਸ ਹੈ, ਉਸ ਤੋਂ ਬਾਅਦ ਲੌਂਗ ਕੁਐਸਚਨਸ 18 ਮਾਰਕਸ ਦੇ ਆਉਣੇ ਹਨ। ਸ਼ਾਰਟ ਕੁਐਸਚਨ 2 ਮਾਰਕਸ ਦਾ ਹੋਏਗਾ। ਸਾਰੇ ਸਬਜੈਕਟਸ ਦੇ ਸਿਲੇਬਸ ਵੀ ਤੁਹਾਨੂੰ ਇੱਥੋਂ ਹੀ ਮਿਲ ਜਾਣਗੇ ਔਰ ਇਸ ਦੇ ਵਿੱਚ ਸਿਲੇਬਸ ਆਪਣਾ ਦੇਖ ਕੇ ਉਸ ਤੋਂ ਬਾਅਦ ਤੁਸੀਂ ਇਹ ਕੁਐਸਚਨਸ ਦੀ ਰਿਵੀਜ਼ਨ ਕਰ ਸਕਦੇ ਹੋ। ਔਰ ਸੋਸ਼ੀਓਲੋਜੀ ਪੰਜਾਬੀ ਕੰਪਲਸਰੀ ਦੇ ਤੁਹਾਨੂੰ ਲੈਕਚਰਸ ਵੀ ਮਿਲ ਜਾਣਗੇ, ਜਿਸ ਦੇ ਵਿੱਚ ਪੂਰੀ ਐਕਸਪਲੇਨੇਸ਼ਨ ਹੈ, ਆਨਸਰਸ ਦਿੱਤੇ ਗਏ ਹੈ। ਉੱਥੋਂ ਵੀ ਤੁਸੀਂ ਆਪਣੇ ਪੇਪਰ ਦੀ ਤਿਆਰੀ ਬਹੁਤ ਅੱਛੀ ਤਰ੍ਹਾਂ ਕਰ ਸਕਦੇ ਹੋ। ਹੁਣ ਅਸੀਂ ਦੇਖਦੇ ਹਾਂ ਇਸ ਦੇ ਸ਼ਾਰਟ ਕੁਐਸਚਨਸ। ਇਸ ਦੇ ਨਾਲ ਹੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੇਪਰ ਕਿਸ ਤਰ੍ਹਾਂ ਕਰਨਾ ਹੈ ਇਸ ਨਾਲ ਸੰਬੰਧਿਤ ਵੀ ਜਾਣਕਾਰੀ ਦਿੱਤੀ ਜਾਏਗੀ। ਸ਼ਾਰਟ ਕੁਐਸਚਨਸ ਇਸ ਤਰ੍ਹਾਂ ਹਨ। ਸਭ ਤੋਂ ਪਹਿਲਾ ਹੈ ਅਧਿਕਾਰ ਦਾ ਅਰਥ ਸਮਝਾਓ। ਨੈਕਸਟ, ਅਧਿਕਾਰ ਦੀ ਮਹੱਤਤਾ ਕੀ ਹੈ। ਅਥਾਰਟੀ ਸ਼ਬਦ ਦਾ ਮੂਲ ਕੀ ਹੈ। ਐਂਡ ਨੈਕਸਟ, ਜਾਇਜ਼ਤਾ ਦੇ ਕੋਈ 4 ਸਰੋਤ ਲਿਖੋ। ਐਂਡ ਸਿਆਸੀ ਸੱਭਿਆਚਾਰ, ਸਿਆਸੀ ਮੀਨਸ ਰਾਜਨੀਤਿਕ ਸੱਭਿਆਚਾਰ ਦੀ ਪਰਿਭਾਸ਼ਾ ਦਿਓ। ਐਂਡ ਰਾਜਨੀਤਿਕ ਸੱਭਿਆਚਾਰ ਦੇ ਕਿਸੇ ਵੀ 4 ਭਾਗਾਂ ਦੀ ਵਿਆਖਿਆ ਕਰੋ। ਸਟੂਡੈਂਟਸ, ਜਦੋਂ ਤੁਸੀਂ ਆਪਣਾ ਪੇਪਰ ਕਰ ਰਹੇ ਹੋਵੋਗੇ, ਕਈ ਵਾਰ ਤੁਹਾਨੂੰ ਪੰਜਾਬੀ ਦੇ ਪੇਪਰ ਪੜ੍ਹਨ ਵੇਲੇ ਕਾਫੀ ਦਿੱਕਤ ਆ ਜਾਂਦੀ ਹੈ। ਕੁਝ ਇਸ ਤਰ੍ਹਾਂ ਦੇ ਵਰਡ ਹੁੰਦੇ ਆ ਜੋ ਟਰਾਂਸਲੇਸ਼ਨ ਦੇ ਵਿੱਚ ਆ ਕੇ ਗਲਤ ਹੋ ਜਾਂਦੇ ਆ। ਕਨਫਰਮੇਸ਼ਨ ਲਈ ਤੁਹਾਨੂੰ ਇਸ ਦਾ ਹਿੰਦੀ ਮੀਡੀਅਮ ਦਾ ਅਤੇ ਜਾਂ ਇਸ ਦੇ ਨਾਲ ਜਿਹੜਾ ਹੈ ਇੰਗਲਿਸ਼ ਮੀਡੀਅਮ ਦਾ ਪੇਪਰ ਜ਼ਰੂਰ ਦੇਖ ਲੈਣਾ ਚਾਹੀਦਾ ਹੈ, ਕਿਉਂਕਿ ਉੱਥੋਂ ਤੁਹਾਨੂੰ ਇਹ ਸਹੀ ਉਸ ਦੀ ਵਰਡਿੰਗ ਮਿਲ ਜਾਏਗੀ। ਜਦੋਂ ਤੁਸੀਂ ਪੇਪਰ ਦੀ ਤਿਆਰੀ ਕਰ ਰਹੇ ਹੁੰਦੇ ਹੋ, ਉਦੋਂ ਵੀ ਤੁਸੀਂ ਕੁਐਸਚਨਸ ਜ਼ਰੂਰ ਇੰਗਲਿਸ਼ ਮੀਡੀਅਮ ਵਾਲੇ ਦੇਖ ਲਿਆ ਕਰੋ। ਇੰਗਲਿਸ਼ 'ਚ ਨਾਲ ਲਿਖੇ ਹੁੰਦੇ ਹੈ, ਹੈਡਿੰਗਸ ਲਿਖੇ ਹੁੰਦੇ ਹੈ, ਡੈਫੀਨੇਸ਼ਨਸ ਲਿਖੀਆਂ ਹੁੰਦੀਆਂ। ਕੋਸ਼ਿਸ਼ ਕਰਿਆ ਕਰੋ ਉਹ ਸਾਰਾ ਕੁਝ ਤੁਸੀਂ ਇੰਗਲਿਸ਼ ਦੇ ਵਿੱਚ ਯਾਦ ਕਰੋ। ਜਦੋਂ ਤੁਸੀਂ ਪੰਜਾਬੀ ਦੇ ਵਿੱਚ ਪੇਪਰ ਕਰ ਰਹੇ ਹੋ, ਉਦੋਂ ਵੀ ਤੁਸੀਂ ਉਸ ਦੇ ਵਿੱਚ ਡੈਫੀਨੇਸ਼ਨਸ ਇੰਗਲਿਸ਼ 'ਚ ਲਿਖ ਸਕਦੇ ਹੋ, ਹੈਡਿੰਗਸ ਲਿਖ ਸਕਦੇ ਹੋ। ਇਸ ਦੇ ਨਾਲ ਤੁਹਾਡੇ ਮਾਰਕਸ ਜ਼ਿਆਦਾ ਆਉਣਗੇ। ਨੈਕਸਟ ਕੁਐਸਚਨ ਹੈ ਸਿਆਸੀ ਸਮਾਜੀਕਰਨ। ਰਾਜਨੀਤਿਕ ਸਮਾਜੀਕਰਨ ਦੀਆਂ ਕੋਈ 4 ਕਿਸਮਾਂ ਲਿਖੋ। ਐਂਡ ਦੈਨ ਸਿਆਸੀ ਸਮਾਜੀਕਰਨ ਵਿੱਚ ਸਾਥੀ ਸਮੂਹਾਂ ਦੀ ਭੂਮਿਕਾ ਕਿਵੇਂ ਮਹੱਤਵਪੂਰਨ ਹੈ। ਐਂਡ ਦੈਨ ਕਾਨੂੰਨੀ ਅਧਿਕਾਰਾਂ ਦੇ ਅਰਥ ਸਮਝਾਓ। ਨੈਕਸਟ ਕੁਐਸਚਨ, ਕੋਈ 4 ਕਾਨੂੰਨੀ ਫਰਜ਼ ਲਿਖੋ। ਕਾਨੂੰਨੀ ਕਰਤੱਵ ਜਿਹੜੇ ਹੈਗੇ ਆ ਉਹ ਇੱਥੇ ਲਿਖਣੇ ਹਨ। ਐਂਡ ਨੈਕਸਟ ਕੁਐਸਚਨ ਹੈ ਨੈਗੇਟਿਵ ਲਿਬਰਟੀ ਦੇ ਮੁੱਖ ਸਮਰਥਕ ਕੌਣ ਹਨ, ਇਸ ਬਾਰੇ ਲਿਖੋ। ਐਂਡ ਸਿਆਸੀ ਆਜ਼ਾਦੀ, ਰਾਜਨੀਤਿਕ ਆਜ਼ਾਦੀ ਦਾ ਕੀ ਅਰਥ ਹੈ। ਐਂਡ ਦੈਨ ਨਿਆਂ ਸ਼ਬਦ ਦਾ ਮੂਲ ਲਿਖੋ। ਫਿਰ ਹੈ ਸਮਾਜਿਕ ਤਬਦੀਲੀ ਦਾ ਕੀ ਅਰਥ ਹੈ। ਐਂਡ ਨੈਕਸਟ ਹੈ ਸਿੱਧੇ ਲੋਕਤੰਤਰ ਤੁਹਾਡਾ ਕੀ ਮਤਲਬ ਹੈ। ਐਂਡ ਨੈਕਸਟ, ਜਾਇਜ਼ਤਾ ਦੀਆਂ 2 ਮਹੱਤਵਪੂਰਨ ਵਿਸ਼ੇਸ਼ਤਾਵਾਂ ਨੂੰ ਲਿਖੋ। ਨੈਕਸਟ, ਰਾਜਨੀਤਿਕ ਸੱਭਿਆਚਾਰ ਦੇ ਅਰਥ ਦੱਸੋ। ਐਂਡ ਦੈਨ ਸ਼ਕਤੀ ਅਤੇ ਅਧਿਕਾਰ ਵਿਚਲੇ 2 ਅੰਤਰਾਂ ਦਾ ਜ਼ਿਕਰ ਕਰੋ। ਐਂਡ ਪਾਵਰ ਐਂਡ ਅਥਾਰਟੀ, ਇੱਥੇ ਇਹਨਾਂ ਦੇ ਤੁਸੀਂ ਗੱਲ ਕਰਨੀ ਹੈ। ਐਂਡ ਨੈਕਸਟ ਹੈ ਅਧਿਕਾਰ ਕੀ ਹਨ। ਐਂਡ ਦੈਨ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਘੋਸ਼ਣਾ ਪੱਤਰ ਦੇ 2 ਮੂਲ ਸਿਧਾਂਤਾਂ ਦਾ ਵਰਣਨ ਕਰੋ। ਐਂਡ ਦੈਨ ਵਾਤਾਵਰਣ ਤੋਂ ਤੁਹਾਡਾ ਕੀ ਮਤਲਬ ਹੈ। ਹਵਾ ਪ੍ਰਦੂਸ਼ਣ ਦੇ ਮੁੱਖ ਪ੍ਰਭਾਵਾਂ ਦੀ ਚਰਚਾ ਕਰੋ। ਐਂਡ ਨੈਕਸਟ, ਲਿਬਰਟੀ ਦੇ ਅਰਥ ਲਿਖੋ। ਐਂਡ ਦੈਨ ਆਧੁਨਿਕ ਰਾਜ ਵਿੱਚ ਲਿਬਰਟੀ ਕਿਵੇਂ ਸੁਰੱਖਿਅਤ ਹੈ। ਸਟੂਡੈਂਟਸ, ਇੱਥੇ ਸ਼ਕਤੀ ਅਤੇ ਅਧਿਕਾਰ ਲਿਖਿਆ, ਇੱਥੇ ਧਿਆਨ ਰੱਖਣਾ ਇਹ ਟਰਾਂਸਲੇਸ਼ਨ ਦੇ ਵਿੱਚ ਇੱਥੇ ਗਲਤੀ ਹੋਈ ਹੈ। ਪਾਵਰ ਐਂਡ ਅਥਾਰਟੀ ਮੀਨਸ ਸੱਤਾ, ਇੱਥੇ ਅਧਿਕਾਰ ਨਹੀਂ ਆਏਗਾ, ਸੱਤਾ ਆਏਗਾ। ਇਸੇ ਤਰ੍ਹਾਂ ਤੁਹਾਡੇ ਪੇਪਰ ਦੇ ਵਿੱਚ ਵੀ ਗਲਤੀ ਹੋ ਜਾਂਦੀ ਹੈ, ਉਦੋਂ ਤੁਸੀਂ ਉੱਥੇ ਕਨਫਰਮ ਕਰ ਲੈਣਾ ਇੰਗਲਿਸ਼ ਮੀਡੀਅਮ ਦੇ ਵਿੱਚ ਉਹ ਕੀ ਹੈ ਅਤੇ ਉਸ ਦਾ ਆਨਸਰ ਲਿਖਣਾ। ਨਹੀਂ ਤੁਹਾਡੇ ਜਿਹੜੇ ਪੇਪਰ ਚੈੱਕ ਹੋਏਗਾ ਉੱਥੇ ਇਹ ਪ੍ਰੋਬਲਮ ਆ ਜਾਏਗੀ, ਨੰਬਰ ਕੱਟ ਸਕਦੇ ਹੈ। ਐਂਡ ਨੈਕਸਟ, ਆਧੁਨਿਕ ਰਾਜ ਵਿੱਚ ਲਿਬਰਟੀ ਕਿਵੇਂ ਸੁਰੱਖਿਅਤ ਹੈ। ਐਂਡ ਨੈਕਸਟ, ਨਿਆਂ ਦੇ ਆਰਥਿਕ ਪਹਿਲੂ ਤੋਂ ਤੁਹਾਡਾ ਕੀ ਮਤਲਬ ਹੈ। ਐਂਡ ਦੈਨ ਲੋਕਤੰਤਰੀ ਸਰਕਾਰ ਤੋਂ ਤੁਹਾਡਾ ਕੀ ਮਤਲਬ ਹੈ। ਨੈਕਸਟ ਕੁਐਸਚਨ, ਸਰਕਾਰ ਦੇ ਕੋਈ 4 ਗੁਣ ਲਿਖੋ। ਐਂਡ ਨੈਕਸਟ, ਮਾਰਕਸਵਾਦੀਆਂ ਅਨੁਸਾਰ
ਪਰੋਲੋਤਾਰੀ ਦੀ ਤਾਨਾਸ਼ਾਹੀ ਕੀ ਹੈ? ਲੋਕਤੰਤਰ ਨੂੰ ਅਮੀਰਾਂ ਦੀ ਸਰਕਾਰ ਕਿਉਂ ਕਿਹਾ ਜਾਂਦਾ ਹੈ? ਐਂਡ ਦੈਨ ਸ਼ਕਤੀ ਦੀਆਂ ਦੋ ਪਰਿਭਾਸ਼ਾਵਾਂ ਲਿਖੋ। ਨੈਕਸਟ ਰਾਸ਼ਟਰੀ ਸ਼ਕਤੀ ਕੀ ਹੈ? ਐਂਡ ਦੈਨ ਸ਼ਕਤੀ ਨੂੰ ਪਰਿਭਾਸ਼ਿਤ ਕਰੋ। ਦੋ ਕਿਸਮਾਂ ਦੀ ਜਾਇਜ਼ਤਾ ਲਿਖੋ। ਜਾਇਜ਼ਤਾ ਦੀਆਂ ਦੋ ਕਿਸਮਾਂ ਲਿਖਣੀਆਂ। ਐਂਡ ਦੈਨ ਫਰਜ਼ਾਂ ਤੋਂ ਤੁਹਾਡਾ ਕੀ ਮਤਲਬ ਹੈ? ਡਿਊਟੀਜ਼ ਜਿਹੜੀਆਂ ਹੈਗੀਆਂ ਉਸ ਦੇ ਬਾਰੇ ਤੁਸੀਂ ਲਿਖਣਾ ਹੈ। ਐਂਡ ਦੈਨ ਮਨੁੱਖੀ ਅਧਿਕਾਰਾਂ ਦੀਆਂ 4 ਵਿਸ਼ੇਸ਼ਤਾਵਾਂ ਲਿਖੋ ਅਤੇ 10 ਦਸੰਬਰ ਦਾ ਕੀ ਮਹੱਤਵ ਹੈ? ਓਜ਼ੋਨ ਪਰਤ ਤੋਂ ਤੁਹਾਡਾ ਕੀ ਮਤਲਬ ਹੈ? ਐਂਡ ਨੈਕਸਟ ਸਮਾਨਤਾ ਦੇ ਕੋਈ 4 ਗੁਣ ਲਿਖੋ। ਐਂਡ ਦੈਨ ਕਾਨੂੰਨੀ ਸਮਾਨਤਾ ਨੂੰ ਯਕੀਨੀ ਬਣਾਉਣ ਲਈ 4 ਵਿਸ਼ੇਸ਼ਤਾਵਾਂ ਲਿਖੋ। ਐਂਡ ਦੈਨ ਸਮਾਜਿਕ ਤਬਦੀਲੀ ਦੇ 4 ਢੰਗ ਲਿਖੋ। ਐਂਡ ਨੈਕਸਟ ਲੋਕਤੰਤਰ ਬਾਰੇ ਮਾਰਕਸਵਾਦੀ ਵਿਚਾਰ ਕੀ ਹਨ? ਐਂਡ ਦੈਨ ਮਾਰਕਸਵਾਦੀ ਅਤੇ ਉਦਾਰਵਾਦੀ ਲੋਕਤੰਤਰ ਵਿੱਚ 4 ਅੰਤਰ ਲਿਖੋ। ਐਂਡ ਦੈਨ ਜਾਇਜ਼ਤਾ ਦੀਆਂ 2 ਵਿਸ਼ੇਸ਼ਤਾਵਾਂ ਲਿਖੋ। ਐਂਡ ਨੈਕਸਟ ਨਾਗਰਿਕ ਦੇ 4 ਫਰਜ਼ ਲਿਖੋ। ਐਂਡ ਦੈਨ ਨੈਗੇਟਿਵ ਲਿਬਰਟੀ ਤੋਂ ਤੁਹਾਡਾ ਕੀ ਮਤਲਬ ਹੈ? ਨੈਕਸਟ ਕੁਐਸਚਨ, ਤੁਸੀਂ ਮਾਰਕਸ ਦੇ ਵਰਗ ਰਹਿਤ ਸਮਾਜ ਨੂੰ ਕੀ ਸਮਝਦੇ ਹੋ? ਐਂਡ ਦੈਨ ਲੋਕਤੰਤਰ ਦੇ ਕੁਲੀਨ ਸਿਧਾਂਤ ਅਨੁਸਾਰ ਸਿਆਸੀ ਕੁਲੀਨ ਕੌਣ ਹਨ? ਐਂਡ ਦੈਨ ਲਿਬਰਟੀ ਦੇ 4 ਸੁਰੱਖਿਆ ਉਪਾਅ ਲਿਖੋ। ਐਂਡ ਦੈਨ ਪ੍ਰੋਲੋਤਾਰੀ ਦੀ ਤਾਨਾਸ਼ਾਹੀ ਤੋਂ ਤੁਹਾਡਾ ਕੀ ਮਤਲਬ ਹੈ? ਐਂਡ ਨੈਕਸਟ ਸਿੱਧੇ ਲੋਕਤੰਤਰ ਤੋਂ ਤੁਹਾਡਾ ਕੀ ਮਤਲਬ ਹੈ? ਨੈਕਸਟ ਕੁਐਸਚਨ, ਰਾਸ਼ਟਰੀ ਸ਼ਕਤੀ ਤੋਂ ਤੁਹਾਡਾ ਕੀ ਭਾਵ ਹੈ? ਐਂਡ ਦੈਨ ਅਧਿਕਾਰ ਅਤੇ ਫਰਜ਼ ਸਹਿ ਸੰਬੰਧਿਤ ਹਨ, ਕੀ ਤੁਸੀਂ ਇਸ ਨਾਲ ਸਹਿਮਤ ਹੋ? ਐਂਡ ਦੈਨ ਪ੍ਰੈਟੋ ਅਤੇ ਮੋਸਕਾ ਦੁਆਰਾ ਲੋਕਤੰਤਰ ਦਾ ਕਿਹੜਾ ਸਿਧਾਂਤ ਪੇਸ਼ ਕੀਤਾ ਗਿਆ ਹੈ? ਐਂਡ ਨੈਕਸਟ ਜਾਇਜ਼ਤਾ ਦੀ ਮਹੱਤਤਾ ਨੂੰ ਲਿਖੋ। ਨੈਕਸਟ ਕੁਐਸਚਨ, ਮਨੁੱਖੀ ਅਧਿਕਾਰਾਂ ਤੋਂ ਤੁਹਾਡਾ ਕੀ ਮਤਲਬ ਹੈ? ਨੈਕਸਟ ਕੋਈ 4 ਕਾਨੂੰਨੀ ਫਰਜ਼ ਲਿਖੋ। ਐਂਡ ਦੈਨ ਨਿਆਂ ਤੋਂ ਤੁਹਾਡਾ ਕੀ ਮਤਲਬ ਹੈ? ਸਮਾਨਤਾ ਦਾ ਅਰਥ ਲਿਖੋ। ਐਂਡ ਨੈਕਸਟ ਲੋਕਤੰਤਰੀ ਸਰਕਾਰ ਤੋਂ ਤੁਹਾਡਾ ਕੀ ਭਾਵ ਹੈ? ਐਲੀਟ ਦੇ ਅਰਥ ਲਿਖੋ। ਨੈਕਸਟ ਕੁਐਸਚਨ, ਸਿਆਸੀ ਸੱਭਿਆਚਾਰ ਦੇ ਧਰਮ ਨਿਰਪੇਖੀਕਰਨ ਦਾ ਕੀ ਅਰਥ ਹੈ? ਐਂਡ ਨੈਕਸਟ ਕ੍ਰਿਸ਼ਮਈ ਸ਼ਕਤੀ ਤੋਂ ਤੁਹਾਡਾ ਕੀ ਮਤਲਬ ਹੈ? ਨੈਕਸਟ ਕੁਐਸਚਨ, ਅਥਾਰਟੀ ਸ਼ਬਦ ਦਾ ਮੂਲ ਕੀ ਹੈ? ਢਾਂਚਾਗਤ ਜਾਇਜ਼ਤਾ ਦਾ ਕੀ ਅਰਥ ਹੈ? ਐਂਡ ਦੈਨ ਰਾਜਨੀਤਿਕ ਸੱਭਿਆਚਾਰ ਦੀਆਂ 4 ਵਿਸ਼ੇਸ਼ਤਾਵਾਂ ਲਿਖੋ। ਹਾਂਜੀ ਸਟੂਡੈਂਟਸ, ਜਦੋਂ ਤੁਸੀਂ ਇਹ ਕੁਐਸਚਨ ਲਿਖਣੇ ਆ ਤਾਂ ਇਹ 3 ਜਾਂ 4 ਲਾਈਨਸ ਦੇ ਵਿੱਚ ਇਸ ਦਾ ਆਨਸਰ ਦੇਣਾ। ਇਸ ਤੋਂ ਵੱਡਾ ਆਨਸਰ ਦੇਣ ਦੀ ਜ਼ਰੂਰਤ ਨਹੀਂ ਹੈ। ਐਂਡ ਨੈਕਸਟ ਹੈ ਗੁਪਤ ਰਾਜਨੀਤਿਕ ਸਮਾਜੀਕਰਨ ਤੋਂ ਤੁਹਾਡਾ ਕੀ ਮਤਲਬ ਹੈ? ਐਂਡ ਨੈਕਸਟ ਮੌਲਿਕ ਅਧਿਕਾਰਾਂ ਦੇ ਅਰਥ ਲਿਖੋ। ਸੰਯੁਕਤ ਰਾਸ਼ਟਰ ਸੰਘ ਦੁਆਰਾ ਮਨੁੱਖੀ ਅਧਿਕਾਰਾਂ ਦਾ ਵਿਸ਼ਵ ਵਿਆਪੀਕਰਨ ਘੋਸ਼ਣਾ ਕਦੋਂ ਅਪਣਾਇਆ ਗਿਆ ਸੀ? ਨੈਕਸਟ ਕੁਐਸਚਨ, ਮਨੁੱਖੀ ਅਧਿਕਾਰਾਂ ਦੀ ਵਿਸ਼ਵ ਵਿਆਪੀ ਘੋਸ਼ਣਾ ਦਾ ਸੁਭਾਅ ਕੀ ਹੈ? ਐਂਡ ਦੈਨ ਕਰਤੱਵ ਸ਼ਬਦ ਦਾ ਮੂਲ ਕੀ ਹੈ? ਐਂਡ ਦੈਨ ਲੋਕਤੰਤਰ ਦੇ ਕੁਲੀਨਵਾਦੀ ਸਿਧਾਂਤ ਤੋਂ ਤੁਹਾਡਾ ਕੀ ਮਤਲਬ ਹੈ? ਐਂਡ ਸ਼ਕਤੀ ਤੋਂ ਤੁਹਾਡਾ ਕੀ ਭਾਵ ਹੈ? ਸਿਆਸੀ ਸੱਭਿਆਚਾਰ, ਰਾਜਨੀਤਿਕ ਸੱਭਿਆਚਾਰ ਦੀਆਂ 2 ਵਿਸ਼ੇਸ਼ਤਾਵਾਂ ਲਿਖੋ। ਅਧਿਕਾਰਾਂ ਦੇ ਕੋਈ 4 ਸੁਰੱਖਿਆ ਉਪਾਅ ਲਿਖੋ। ਨੈਸ਼ਨਲ ਲਿਬਰਟੀ ਤੋਂ ਤੁਹਾਡਾ ਕੀ ਭਾਵ ਹੈ? ਨਿਆਂ ਦਾ ਕਾਨੂੰਨੀ ਮਾਪ ਕੀ ਹੈ? ਐਂਡ ਦੈਨ ਲੋਕਤੰਤਰ ਦੀ ਸਫਲਤਾ ਲਈ ਕੋਈ 4 ਜ਼ਰੂਰੀ ਸ਼ਰਤਾਂ ਲਿਖੋ। ਐਂਡ ਦੈਨ ਸਮਾਜਵਾਦੀ ਜਮਹੂਰੀਅਤ ਦੀਆਂ ਕੋਈ 4 ਵਿਸ਼ੇਸ਼ਤਾਵਾਂ ਲਿਖੋ। ਐਂਡ ਦੈਨ ਰਾਜਨੀਤਿਕ ਸਮਾਜੀਕਰਨ ਦੀਆਂ ਕੋਈ 4 ਵਿਸ਼ੇਸ਼ਤਾਵਾਂ ਲਿਖੋ। ਐਂਡ ਕਿਸੇ ਵੀ 2 ਕਿਸਮ ਦੇ ਰਾਜਨੀਤਿਕ ਸੱਭਿਆਚਾਰਾਂ ਨੂੰ ਲਿਖੋ। ਐਂਡ ਦੈਨ ਪ੍ਰਗਟ ਰਾਜਨੀਤਿਕ ਸਮਾਜੀਕਰਨ ਤੋਂ ਤੁਹਾਡਾ ਕੀ ਭਾਵ ਹੈ? ਐਂਡ ਨਾਗਰਿਕ ਦੇ ਰਾਜਨੀਤਿਕ ਅਧਿਕਾਰਾਂ ਨੂੰ ਲਿਖੋ। 10 ਦਸੰਬਰ ਦਾ ਕੀ ਮਹੱਤਵ ਹੈ? ਸਮਾਜਿਕ ਬਰਾਬਰੀ ਤੋਂ ਤੁਹਾਡਾ ਕੀ ਮਤਲਬ ਹੈ? ਕੋਈ ਵੀ 4 ਕਿਸਮ ਦੀ ਆਜ਼ਾਦੀ ਲਿਖੋ। ਨਿਆਂ ਸ਼ਬਦ ਦਾ ਮੂਲ ਕੀ ਹੈ, ਇਸ ਬਾਰੇ ਲਿਖੋ। ਲੋਕਤੰਤਰ ਦੇ ਕੁਲੀਨ ਸਿਧਾਂਤ ਨੂੰ ਪਰਿਭਾਸ਼ਿਤ ਕਰੋ। ਐਂਡ ਦੈਨ ਅਧਿਕਾਰ ਦੀਆਂ ਕੋਈ 2 ਵਿਸ਼ੇਸ਼ਤਾਵਾਂ ਲਿਖੋ। ਵੈਧਤਾ ਸ਼ਬਦ ਦਾ ਮੂਲ ਵਰਣਨ ਕਰੋ। ਨੈਕਸਟ ਹੈ ਪਾਰਦਰਸ਼ੀ ਅਤੇ ਭਾਗੀਦਾਰ ਰਾਜਨੀਤਿਕ ਸੱਭਿਆਚਾਰ ਦਾ ਵਰਣਨ ਕਰੋ। ਐਂਡ ਦੈਨ ਰਾਜਨੀਤਿਕ ਸਮਾਜੀਕਰਨ ਦੀ ਕੀ ਲੋੜ ਹੈ, ਇਸ ਬਾਰੇ ਲਿਖੋ। ਅਧਿਕਾਰਾਂ ਨੂੰ ਪਰਿਭਾਸ਼ਿਤ ਕਰੋ। ਨਾਗਰਿਕ ਦੇ ਕੋਈ 4 ਫਰਜ਼, ਉਸ ਦੀ ਡਿਊਟੀਜ਼ ਕੀ ਹਨ, ਇਹ ਦੱਸੋ। ਮਨੁੱਖੀ ਅਧਿਕਾਰ ਦਿਵਸ ਕਦੋਂ ਮਨਾਇਆ ਜਾਂਦਾ ਹੈ? ਮਨੁੱਖੀ ਅਧਿਕਾਰਾਂ ਦੀ ਵਿਸ਼ਵ ਵਿਆਪੀ ਘੋਸ਼ਣਾ ਦਾ ਕੀ ਮਹੱਤਵ ਹੈ? ਨੈਕਸਟ ਸੁਤੰਤਰਤਾ ਦੇ ਕੋਈ 4 ਸੁਰੱਖਿਆ ਉਪਾਅ ਦੱਸੋ। ਐਂਡ ਨੈਕਸਟ ਰਾਜਨੀਤਿਕ ਅਤੇ ਆਰਥਿਕ ਸਮਾਨਤਾ ਤੋਂ ਤੁਹਾਡਾ ਕੀ ਭਾਵ ਹੈ? ਐਂਡ ਦੈਨ ਲੋਕਤੰਤਰ ਦੇ ਮਾਰਕਸਵਾਦੀ ਸਿਧਾਂਤ ਦੀਆਂ ਵਿਸ਼ੇਸ਼ਤਾਵਾਂ। ਨਿਆਂ ਅਤੇ ਬਰਾਬਰੀ ਦੇ ਆਪਸ ਵਿੱਚ ਕੀ ਸੰਬੰਧ ਹੈ? ਸਮਾਜਿਕ ਪਰਿਵਰਤਨ ਦੇ ਕਿਸੇ ਵੀ 4 ਰੁਕਾਵਟਾਂ ਦਾ ਜ਼ਿਕਰ ਕਰੋ। ਐਂਡ ਲੋਕਤੰਤਰ ਦੀ ਪਰਿਭਾਸ਼ਾ ਦਿਓ। ਲੋਕਤੰਤਰ ਦੇ ਕੁਲੀਨ ਸਿਧਾਂਤ ਦੇ ਮੁੱਖ ਵਕੀਲ ਕੌਣ ਹਨ? ਐਂਡ ਨੈਕਸਟ ਮਾਰਕਸਵਾਦੀ ਲੋਕਤੰਤਰ ਦੇ ਸਿਧਾਂਤ ਦੀਆਂ ਕੋਈ ਵਿਸ਼ੇਸ਼ਤਾਵਾਂ ਦੱਸੋ। ਹੁਣ ਇੱਥੇ ਵੀ ਇਹ ਗਲਤੀ ਹੋਈ ਹੈ। ਲੋਕਤੰਤਰ ਦੇ ਕੁਲੀਨ ਸਿਧਾਂਤ ਦੇ ਮੁੱਖ ਸਮਰਥਕ ਕੌਣ ਸੀ, ਕਿਹਨਾਂ ਨੇ ਆਰੰਭ ਕੀਤਾ ਸੀ, ਉਸ ਦੇ ਬਾਰੇ ਲਿਖਣਾ। ਐਂਡ ਇਸ ਤੋਂ ਬਾਅਦ ਹੈ ਲੌਂਗ ਕੁਐਸਚਨਸ ਐਸੇ ਟਾਈਪ, ਜੋ ਕਿ 18 ਮਾਰਕਸ ਦਾ ਤੁਹਾਡੇ ਕੁਐਸਚਨ ਆਣੇ ਆ। ਹਰ ਇੱਕ ਯੂਨਿਟ ਦੇ ਵਿੱਚੋਂ 2 ਕੁਐਸਚਨਸ ਹੋਣਗੇ, ਜਿਸ ਦੇ ਵਿੱਚ ਇੱਕ ਦਾ ਤੁਸੀਂ ਆਨਸਰ ਦੇਣਾ ਹੋਏਗਾ। ਇਹ ਕੁਐਸਚਨਸ ਮੋਲਡ ਕਰਕੇ ਪਾਏ ਜਾ ਸਕਦੇ ਆ। ਇੱਥੇ ਵੀ ਮੋਲਡ ਕਰਕੇ ਕੁਐਸਚਨਸ ਬਣਾਏ ਗਏ ਆ ਔਰ ਕਈਆਂ ਦੇ ਆਨਸਰ ਸੇਮ ਹੈ। ਇਸੇ ਤਰ੍ਹਾਂ ਤੁਹਾਨੂੰ ਪੇਪਰ ਦੇ ਵਿੱਚ ਵੀ ਮੋਲਡ ਕਰਕੇ ਕੁਐਸਚਨ ਪਾਏ ਜਾ ਸਕਦੇ ਆ। ਜਿਵੇਂ ਕਿ ਹੈ ਸ਼ਕਤੀ ਤੋਂ ਤੁਹਾਡਾ ਕੀ ਭਾਵ ਹੈ, ਇਸ ਦੀਆਂ ਵੱਖ-ਵੱਖ ਕਿਸਮਾਂ ਨੂੰ ਲਿਖੋ। ਵੱਖ-ਵੱਖ ਕਿਸਮਾਂ ਦੀਆਂ ਸ਼ਕਤੀਆਂ ਦੀ ਚਰਚਾ ਕਰੋ। ਇਹ ਤੇ ਕੁਐਸਚਨ ਦਾ ਆਨਸਰ ਤਕਰੀਬਨ ਸੇਮ ਹੈ। ਪਹਿਲੇ ਦੇ ਵਿੱਚ ਮੀਨਿੰਗ ਵੀ ਨਾਲ ਦੱਸਣਾ
ਔਰ ਜੇ 2 ਪਾਰਟਸ ਦੇ ਵਿੱਚ ਕੁਐਸਚਨ ਹੈ ਜਾਂ 3 ਦੇ ਵਿੱਚ ਹੈ ਤਾਂ ਉਸ ਦੇ ਮਾਰਕਸ ਵੀ ਡਿਵਾਈਡ ਹੋ ਜਾਂਦੇ ਆ। ਉਹਨਾਂ ਸਾਰਿਆਂ ਨੂੰ ਐਕਸਪਲੇਨ ਕਰਨਾ ਜ਼ਰੂਰੀ ਹੋ ਜਾਂਦਾ ਹੈ। ਅੱਗੇ ਹੈ ਸ਼ਕਤੀ ਅਤੇ ਅਧਿਕਾਰ। ਇੱਥੇ ਸ਼ਕਤੀ ਅਤੇ ਸੱਤਾ ਹੈ, ਤਾਂ ਤੁਹਾਡਾ ਕੀ ਭਾਵ ਹੈ, ਦੋਹਾਂ ਦੇ ਵਿਚਕਾਰ ਅੰਤਰ ਦੱਸਣਾ ਹੈ, ਸ਼ਕਤੀ ਅਤੇ ਸੱਤਾ ਦੇ ਵਿਚਕਾਰ। ਅੱਗੇ ਹੈ ਸ਼ਕਤੀ ਤੋਂ ਤੁਹਾਡਾ ਕੀ ਭਾਵ ਹੈ, ਇਸ ਦੀਆਂ ਵਿਸ਼ੇਸ਼ਤਾਵਾਂ ਨੂੰ ਪਰਿਭਾਸ਼ਿਤ ਕਰੋ। ਵਿਸ਼ੇਸ਼ਤਾਵਾਂ ਲਿਖਣੀਆਂ, ਇੱਥੇ ਕਨਫਿਊਜ਼ਨ ਨਹੀਂ ਹੋ ਜਾਣਾ ਕਿ ਇੱਥੇ ਪਰਿਭਾਸ਼ਿਤ ਕਰੋ ਲਿਖਤਾ। ਨੈਕਸਟ ਹੈ ਜਾਇਜ਼ਤਾ ਦੀ ਧਾਰਨਾ ਨੂੰ ਪਰਿਭਾਸ਼ਿਤ ਕਰੋ। ਜਾਇਜ਼ਤਾ ਜਾਂ ਉਚਿਤਤਾ ਸ਼ਬਦ ਵੀ ਤੁਹਾਡੀ ਬੁੱਕ ਦੇ ਵਿੱਚ ਲਿਖਿਆ ਹੋ ਸਕਦਾ ਹੈ। ਇਸ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ। ਰਾਜਨੀਤਿਕ ਸੱਭਿਆਚਾਰ ਜਾਂ ਸਿਆਸੀ ਸੱਭਿਆਚਾਰ, ਦੋਨੋਂ ਇੱਕੋ ਹੀ ਗੱਲ ਹੈ, ਤਾਂ ਤੁਹਾਡਾ ਕੀ ਭਾਵ ਹੈ, ਇਸ ਦੀਆਂ ਕਿਸਮਾਂ ਦੀ ਚਰਚਾ ਕਰੋ। ਜਾਇਜ਼ਤਾ ਜਾਂ ਉਚਿਤਤਾ ਦੇ ਸੰਕਟ ਤੋਂ ਤੁਹਾਡਾ ਕੀ ਭਾਵ ਹੈ, ਇਸ ਦੇ ਕੀ ਕਾਰਨ ਹਨ, ਕਿਹੜੇ ਕਾਰਨ ਜਿਹੜੇ ਜ਼ਿੰਮੇਵਾਰ ਹੈ ਉਹ ਲਿਖਣੇ ਆ ਤੁਸੀਂ। ਐਂਡ ਨੈਕਸਟ ਹੈ ਅਥਾਰਟੀ ਨੂੰ ਪਰਿਭਾਸ਼ਿਤ ਕਰੋ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਰਚਾ ਕਰੋ। ਨੈਕਸਟ ਧਰਮ ਨਿਰਪੱਖ ਸੱਭਿਆਚਾਰ ਤੋਂ ਤੁਹਾਡਾ ਕੀ ਭਾਵ ਹੈ, ਧਰਮ ਨਿਰਪੱਖ ਰਾਜਨੀਤਿਕ ਸੱਭਿਆਚਾਰ ਦੇ ਵਿਕਾਸ ਵਿੱਚ ਕਿਹੜੇ ਕਾਰਕ ਸਹਾਇਕ ਹਨ, ਇਹ ਲਿਖਣੇ ਹਨ। ਅੱਗੇ ਹੈ ਰਾਜਨੀਤਿਕ ਸਮਾਜੀਕਰਨ ਦੀ ਪਰਿਭਾਸ਼ਾ ਦਿਓ। ਇਸ ਦੇ ਏਜੰਟ ਜਾਂ ਸਾਧਨ ਅਤੇ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ। ਇਸ ਦੇ ਵਿੱਚ ਸਮਾਜੀਕਰਨ ਦੇ ਪਹਿਲਾਂ ਤੁਸੀਂ ਰਾਜਨੀਤਿਕ ਸਮਾਜੀਕਰਨ ਦੀ ਪਰਿਭਾਸ਼ਾ ਦਿਓਗੇ, ਉਸ ਤੋਂ ਬਾਅਦ ਉਹਦੇ ਏਜੰਟਸ ਜਿਹੜੇ ਸਾਧਨ ਹੈ ਉਹ ਦੱਸੋਗੇ, ਉਸ ਤੋਂ ਬਾਅਦ ਉਸ ਦੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਉਹਨਾਂ ਦਾ ਵਰਣਨ ਵੀ ਇੱਥੇ ਕਰੋਗੇ। ਨੈਕਸਟ ਹੈ ਰਾਜਨੀਤਿਕ ਸਮਾਜੀਕਰਨ ਦੀ ਪਰਿਭਾਸ਼ਾ, ਇਸ ਦੇ ਵੱਖ-ਵੱਖ ਏਜੰਟ 'ਤੇ ਚਰਚਾ ਕਰੋ। ਥਰਡ ਦੇ ਵਿੱਚ ਇਸ ਦੇ ਸਿਰਫ ਏਜੰਟ ਦੇ ਵਿਸਥਾਰ ਵਿੱਚ ਵਿਆਖਿਆ ਕਰੋ। ਇਸ ਤਰ੍ਹਾਂ ਪੁੱਛਿਆ ਗਿਆ, ਇਸ ਤਰ੍ਹਾਂ ਕੁਐਸਚਨ ਨੂੰ ਵਿੱਚੋਂ ਕੱਟ ਕੇ ਅਲੱਗ ਕੀਤਾ ਜਾ ਸਕਦਾ ਹੈ, ਪੇਪਰ ਦੇ ਵਿੱਚ ਮੋਲਡ ਕੀਤਾ ਜਾ ਸਕਦਾ ਹੈ, ਤਾਂ ਤੁਸੀਂ ਉਸ ਢੰਗ ਨਾਲ ਜੋ ਕੁਐਸਚਨ ਪੁੱਛਿਆ ਗਿਆ ਉਸੇ ਤਰ੍ਹਾਂ ਉਸ ਨੂੰ ਮੋਲਡ ਕਰਕੇ ਉਸ ਦਾ ਆਨਸਰ ਦੇ ਦੇਣਾ ਹੈ। ਔਰ ਇਹ ਧਿਆਨ ਰੱਖਣਾ ਹੈ, ਲੌਂਗ ਕੁਐਸਚਨ ਕਰਨ ਲੱਗੇ ਸਭ ਤੋਂ ਪਹਿਲਾਂ ਸਟੂਡੈਂਟਸ ਇੰਟਰੋਡਕਸ਼ਨ ਦੇਣੀ ਜ਼ਰੂਰੀ ਹੈ। ਇੰਟਰੋਡਕਸ਼ਨ ਤੋਂ ਬਾਅਦ ਜਿਵੇਂ ਇਸ ਕੁਐਸਚਨ 'ਚ ਪਹਿਲਾਂ ਪਰਿਭਾਸ਼ਾ ਪੁੱਛੀ ਗਈ ਹੈ ਰਾਜਨੀਤਿਕ ਸਮਾਜੀਕਰਨ ਦੀ, ਤਾਂ ਉੱਥੇ ਡੈਫੀਨੇਸ਼ਨਸ ਦੇਣੀ ਹੈ। ਡੈਫੀਨੇਸ਼ਨਸ 3 ਵੱਧ ਤੋਂ ਵੱਧ ਦੇ ਦੋਗੇ ਸਫੀਸ਼ੀਐਂਟ ਹੈ, 2 ਦੇ ਸਕਦੇ ਹੋ ਲੇਕਿਨ 3 ਜ਼ਰੂਰ ਦਿਓ। ਔਰ 3 ਤੋਂ ਜ਼ਿਆਦਾ ਕਈ ਸਟੂਡੈਂਟਸ ਕੀ ਕਰਦੇ ਆ 7-8 ਦੇ ਦਿੰਦੇ ਆ, ਉਨੀ ਜ਼ਰੂਰਤ ਨਹੀਂ ਹੁੰਦੀ। ਔਰ ਉਸ ਤੋਂ ਬਾਅਦ 2-3 ਲਾਈਨਸ ਦੇ ਵਿੱਚ ਉਸ ਨੂੰ ਆਪ ਹੀ ਕੰਕਲੂਡ ਕਰ ਦਿਓ। ਫਿਰ ਉਸ ਤੋਂ ਬਾਅਦ ਵਿਸ਼ੇਸ਼ਤਾਵਾਂ ਪੁੱਛੀਆਂ ਗਈਆਂ ਤਾਂ ਵਿਸ਼ੇਸ਼ਤਾਵਾਂ ਦੇ ਪੁਆਇੰਟਸ ਬਣਾਉਂਦੇ ਹੋਏ, ਹੈਡਿੰਗਸ ਬਣਾਉਂਦੇ ਉਹਨਾਂ ਨੂੰ ਐਕਸਪਲੇਨ ਕਰਦੇ ਜਾਓ। ਔਰ ਮੈਕਸੀਮਮ ਇਸ ਦੇ ਤੁਸੀਂ ਹੈਡਿੰਗਸ ਬਣਾਓਗੇ, ਐਕਸਪਲੇਨ ਕਰੋਗੇ ਤਾਂ ਉਸ ਨਾਲ ਅੱਛੇ ਮਾਰਕਸ ਆ ਜਾਣਗੇ। ਘੱਟੋ ਘੱਟ 4 ਸ਼ੀਟਸ ਦੇ ਉੱਪਰ ਤੁਸੀਂ ਇਸ ਦਾ ਆਨਸਰ ਲਿਖ ਸਕਦੇ ਹੋ। ਔਰ ਲਾਸਟ ਦੇ ਵਿੱਚ ਕੰਕਲੂਡ ਜ਼ਰੂਰ ਕਰਨਾ, ਪੂਰੇ ਕੁਐਸਚਨ ਨੂੰ ਸਮਰਾਈਜ਼ ਕਰਦੇ ਹੋਏ ਕੰਕਲੂਡ ਕਰ ਦੇਣਾ ਹੈ। ਔਰ ਇਸ ਤਰ੍ਹਾਂ ਦੇ ਨਾਲ ਤੁਹਾਡਾ ਕੁਐਸਚਨ ਇਹ ਕੰਪਲੀਟ ਹੋਏਗਾ 18 ਮਾਰਕਸ ਦਾ। ਜੇ ਪੂਰੀ ਤਰ੍ਹਾਂ ਤੁਸੀਂ ਇਹ ਸਾਰਾ ਕੁਝ ਲਿਖਿਆ ਹੋਏਗਾ, ਅੱਛਾ ਮਟੀਰੀਅਲ ਲਿਖਿਆ ਹੋਏਗਾ, ਤਾਂ ਤੁਹਾਨੂੰ ਇਸ ਦੇ ਵਿੱਚੋਂ 15-16 ਮਾਰਕਸ ਆ ਸਕਦੇ ਹੈ। ਨੈਕਸਟ ਹੈ ਯੂਨਿਟ 2, ਜਿਸ ਦੇ ਵਿੱਚ ਕੁਐਸਚਨਸ ਹੈ ਆਧੁਨਿਕ ਲੋਕਤੰਤਰੀ ਰਾਜਾਂ ਵਿੱਚ ਨਾਗਰਿਕਾਂ ਦੁਆਰਾ ਪ੍ਰਾਪਤ ਵੱਖ-ਵੱਖ ਨਾਗਰਿਕ, ਰਾਜਨੀਤਿਕ ਅਤੇ ਆਰਥਿਕ ਅਧਿਕਾਰਾਂ ਦੀ ਚਰਚਾ ਕਰੋ। ਨੈਕਸਟ ਹੈ ਆਧੁਨਿਕ ਭਾਰਤ ਵਿੱਚ ਨਾਗਰਿਕਾਂ ਦੁਆਰਾ ਪ੍ਰਾਪਤ ਅਧਿਕਾਰਾਂ ਦੀ ਸੰਖੇਪ ਵਿੱਚ ਚਰਚਾ ਕਰੋ। ਐਂਡ ਨੈਕਸਟ ਵੱਖ-ਵੱਖ ਕਿਸਮ ਦੇ ਅਧਿਕਾਰਾਂ ਦੀ ਵਿਆਖਿਆ ਕਰੋ। ਨੈਕਸਟ ਹੈ ਅਧਿਕਾਰਾਂ ਤੋਂ ਤੁਹਾਡਾ ਕੀ ਭਾਵ ਹੈ, ਇਹਨਾਂ ਦੇ ਸੁਭਾਅ ਬਾਰੇ ਵਿਸਥਾਰ ਨਾਲ ਦੱਸੋ। ਐਂਡ ਦੈਨ ਅਧਿਕਾਰਾਂ ਅਤੇ ਕਰਤੱਵਾਂ ਦੇ ਵਿਚਕਾਰ ਸੰਬੰਧ ਦੱਸੋ। ਐਂਡ ਨੈਕਸਟ ਅਧਿਕਾਰ ਅਤੇ ਕਰਤੱਵ ਇੱਕ ਸਿੱਕੇ ਦੇ 2 ਪਹਿਲੂ ਹਨ। ਐਂਡ ਦੈਨ ਵੱਖ-ਵੱਖ ਕਿਸਮਾਂ ਦੇ ਡਿਊਟੀਜ਼ ਜਿਹੜੇ ਕਰਤੱਵ ਹੈ ਉਹਨਾਂ ਬਾਰੇ ਲਿਖੋ। ਐਂਡ ਨੈਕਸਟ ਮਨੁੱਖੀ ਅਧਿਕਾਰਾਂ ਨੂੰ ਪਰਿਭਾਸ਼ਿਤ ਕਰੋ ਅਤੇ ਇਸ ਦੇ ਸੁਭਾਅ ਅਤੇ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ। ਐਂਡ ਦੈਨ ਮਨੁੱਖੀ ਅਧਿਕਾਰਾਂ ਦੇ ਯੂਨੀਵਰਸਲ ਘੋਸ਼ਣਾ ਪੱਤਰ ਵਿੱਚ ਸ਼ਾਮਲ ਅਧਿਕਾਰਾਂ ਨੂੰ ਲਿਖੋ। ਐਂਡ ਦੈਨ ਮਨੁੱਖੀ ਅਧਿਕਾਰਾਂ ਦੀ ਘੋਸ਼ਣਾ ਵਿੱਚ ਸ਼ਾਮਲ ਅਧਿਕਾਰਾਂ ਦੀ ਮਹੱਤਤਾ ਨੂੰ ਦੱਸੋ। ਐਂਡ ਵਾਤਾਵਰਨ ਪ੍ਰਦੂਸ਼ਣ ਤੋਂ ਤੁਹਾਡਾ ਕੀ ਭਾਵ ਹੈ, ਵਾਤਾਵਰਨ ਪ੍ਰਦੂਸ਼ਣ ਦੀਆਂ ਕਿਸਮਾਂ ਲਿਖੋ। ਅੱਗੇ ਹੈ ਅਧਿਕਾਰ ਅਤੇ ਫਰਜ਼ ਕਰਤੱਵ ਆਪਸ ਦੇ ਵਿੱਚ ਜੁੜੇ ਹੋਏ ਹੈ, ਇਸ ਬਾਰੇ ਚਰਚਾ ਕਰੋ। ਐਂਡ ਦੈਨ ਮਨੁੱਖੀ ਅਧਿਕਾਰਾਂ ਦੇ ਵਿਸ਼ਵ ਵਿਆਪੀ ਘੋਸ਼ਣਾ ਪੱਤਰ ਵਿੱਚ ਦੱਸੇ ਗਏ ਨਾਗਰਿਕ ਅਤੇ ਰਾਜਨੀਤਿਕ ਅਧਿਕਾਰਾਂ 'ਤੇ ਇੱਕ ਲੇਖ ਲਿਖੋ। ਐਂਡ ਦੈਨ ਮਨੁੱਖੀ ਅਧਿਕਾਰਾਂ ਦੇ ਯੂਨੀਵਰਸਲ ਘੋਸ਼ਣਾ ਪੱਤਰ ਤੋਂ ਤੁਹਾਡਾ ਕੀ ਭਾਵ ਹੈ, ਇਸ ਦੀ ਪ੍ਰਕਿਰਤੀ ਨੂੰ ਵਿਸਥਾਰ ਵਿੱਚ ਦੱਸੋ। ਐਂਡ ਦੈਨ ਅਧਿਕਾਰਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਇਸ ਦੀਆਂ ਵੱਖ-ਵੱਖ ਕਿਸਮਾਂ 'ਤੇ ਚਰਚਾ ਕਰੋ। ਯੂਨਿਟ 3, ਜਿਸ ਦੇ ਵਿੱਚ ਹੈ ਸਮਾਨਤਾ ਦੀ ਪਰਿਭਾਸ਼ਾ ਦਿਓ ਅਤੇ ਬਰਾਬਰੀ ਦੇ ਕਾਨੂੰਨੀ, ਰਾਜਨੀਤਿਕ ਅਤੇ ਸਮਾਜਿਕ ਆਰਥਿਕ ਪਹਿਲੂਆਂ 'ਤੇ ਚਰਚਾ ਕਰੋ। ਇੱਥੇ ਸਮਾਨਤਾ ਦੀ ਇਹ ਪਹਿਲੂ ਜਿਹੜੇ ਹੈਗੇ ਆ ਉਹਨਾਂ ਦੇ ਬਾਰੇ ਤੁਸੀਂ ਡਿਟੇਲ ਦੇ ਵਿੱਚ ਦੱਸਣਾ। ਐਂਡ ਦੈਨ ਆਜ਼ਾਦੀ ਤੋਂ ਤੁਹਾਡਾ ਕੀ ਮਤਲਬ ਹੈ, ਇਸ ਦੀ ਕਿਸਮ ਅਤੇ ਸੁਰੱਖਿਆ ਦੇ ਕਿਸਮਾਂ ਇਸ ਦੀਆਂ ਅਤੇ ਇਸ ਦੀ ਸੁਰੱਖਿਆ ਉਪਾਅ ਜਿਹੜੇ ਹੈਗੇ ਆ ਉਸ ਦੇ ਬਾਰੇ ਦੱਸਣਾ। ਇਹ ਹੈ ਫਰੀਡਮ, ਸੁਤੰਤਰਤਾ ਤੋਂ ਤੁਹਾਡਾ ਕੀ ਭਾਵ ਹੈ ਇਹ ਦੱਸਣਾ। ਇਸ ਨੂੰ ਆਜ਼ਾਦੀ ਵੀ ਕਿਹਾ ਜਾਂਦਾ ਹੈ। ਨੈਕਸਟ ਹੈ ਵੱਖ-ਵੱਖ ਕਿਸਮਾਂ ਦੀ ਆਜ਼ਾਦੀ ਜਾਂ ਸੁਤੰਤਰਤਾ ਬਾਰੇ ਚਰਚਾ ਕਰੋ। ਸਿਆਸੀ ਆਜ਼ਾਦੀ, ਰਾਜਨੀਤਿਕ ਸੁਤੰਤਰਤਾ, ਆਰਥਿਕ ਬਰਾਬਰੀ ਤੋਂ ਬਿਨਾਂ ਇੱਕ ਮਿੱਥ ਹੈ, ਚਰਚਾ ਕਰੋ। ਰਾਜਨੀਤਿਕ ਸੁਤੰਤਰਤਾ ਅਤੇ ਆਰਥਿਕ ਸਮਾਨਤਾ ਦੇ ਵਿਚਕਾਰ ਸੰਬੰਧਾਂ ਦੀ ਵਿਸਥਾਰ ਵਿੱਚ ਵਿਆਖਿਆ ਕਰੋ। ਐਂਡ ਆਰਥਿਕ ਸੁਤੰਤਰਤਾ ਅਤੇ ਰਾਜਨੀਤਿਕ ਸਮਾਨਤਾ ਵਿਚਕਾਰ ਕੀ ਸੰਬੰਧ ਹੈ। ਨੈਕਸਟ ਕੁਐਸਚਨ ਵੱਖ-ਵੱਖ ਕਿਸਮਾਂ ਦੇ ਨਿਆਂ ਕੀ ਹਨ,
ਕਾਨੂੰਨੀ ਨਿਆਂ ਬਾਰੇ ਦੱਸੋ ਅਤੇ ਇਸ ਨੂੰ ਕਿਵੇਂ ਯਕੀਨੀ ਬਣਾਇਆ ਜਾ ਸਕਦਾ ਇਸ ਬਾਰੇ ਵੀ ਦੱਸੋ। ਨੈਕਸਟ ਹੈ ਨਿਆਂ ਦੀ ਧਾਰਨਾ ਨੂੰ ਪਰਿਭਾਸ਼ਿਤ ਕਰੋ, ਇਸ ਦੇ ਕਾਨੂੰਨੀ, ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਪਹਿਲੂਆਂ 'ਤੇ ਚਰਚਾ ਕਰੋ। ਐਂਡ ਦੈਨ ਨਿਆਂ ਦੇ ਵੱਖ-ਵੱਖ ਮਾਪ ਕੀ ਹਨ ਇਸ ਬਾਰੇ ਲਿਖੋ। ਹੁਣ ਹੈ ਯੂਨਿਟ 4th, ਜਿਸ ਵਿੱਚ ਹੈ ਸਮਾਜਿਕ ਪਰਿਵਰਤਨ ਦੇ ਰਾਹ ਦੇ ਵਿੱਚ ਕਿਹੜੀਆਂ ਰੁਕਾਵਟਾਂ, ਇਹਨਾਂ ਨੂੰ ਤੁਸੀਂ ਕਿਵੇਂ ਹਟਾਓਗੇ ਇਸ ਬਾਰੇ ਲਿਖਣਾ ਹੈ। ਨੈਕਸਟ ਹੈ ਸਮਾਜਿਕ ਤਬਦੀਲੀ, ਸੋਸ਼ਲ ਚੇਂਜ ਦੇ ਢੰਗ ਕਿਹੜੇ ਆ ਅਤੇ ਰੁਕਾਵਟਾਂ ਕਿਹੜੀਆਂ ਇਸ ਬਾਰੇ ਲਿਖਣਾ ਹੈ। ਫਿਰ ਹੈ ਸੋਸ਼ਲ ਚੇਂਜ ਤੋਂ ਤੁਹਾਡਾ ਸਮਾਜਿਕ ਤਬਦੀਲੀ ਤੋਂ ਸਮਾਜਿਕ ਪਰਿਵਰਤਨ, ਇਸ ਨੂੰ ਤਬਦੀਲੀ ਵੀ ਕਿਹਾ ਜਾਂਦਾ ਹੈ, ਪਰਿਵਰਤਨ ਵੀ ਕਿਹਾ ਜਾਂਦਾ ਹੈ, ਚੇਂਜ ਵੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਪੂਰੇ ਵਰਡਸ ਤੁਹਾਨੂੰ ਧਿਆਨ 'ਚ ਰੱਖਣੇ ਜ਼ਰੂਰੀ ਹੈ। ਇਸੇ ਕਰਕੇ ਤੁਹਾਨੂੰ ਇੱਥੇ ਕਿਹਾ ਗਿਆ ਕਿ ਤੁਸੀਂ ਇੰਗਲਿਸ਼ ਦਾ ਵਰਡ ਜ਼ਰੂਰ ਦੇਖ ਲਿਓ ਤਾਂ ਤੁਹਾਨੂੰ ਕੁਐਸਚਨ ਪਤਾ ਲੱਗ ਜਾਏ ਉਹਦਾ ਆਨਸਰ ਕੀ ਦੇਣਾ ਹੈ। ਕਈ ਵਾਰੀ ਕੁਐਸਚਨ ਆਉਂਦਾ ਹੁੰਦਾ ਸਟੂਡੈਂਟਸ ਨੂੰ, ਲੇਕਿਨ ਉਸ ਦੇ ਕੁਐਸਚਨ ਤੋਂ ਉਹਨਾਂ ਨੂੰ ਅੰਦਾਜ਼ਾ ਨਹੀਂ ਲੱਗ ਪਾਉਂਦਾ ਕਿ ਉਸ ਦਾ ਆਨਸਰ ਕੀ ਦੇਣਾ, ਗਲਤ ਆਨਸਰ ਉੱਥੇ ਦੇ ਆਉਂਦੇ ਆ, ਜਿਸ ਦੇ ਨਾਲ ਮਾਰਕਸ ਕੱਟੇ ਜਾਂਦੇ ਆ। ਇਸ ਚੀਜ਼ ਦਾ ਪੂਰਾ ਖਿਆਲ ਰੱਖਣਾ ਹੈ। ਅੱਗੇ ਹੈ ਸਮਾਜਿਕ ਤਬਦੀਲੀ ਤੋਂ ਤੁਹਾਡਾ ਕੀ ਮਤਲਬ ਹੈ। ਸਮਾਜਿਕ ਤਬਦੀਲੀ, ਸੋਸ਼ਲ ਚੇਂਜ ਜਾਂ ਸਮਾਜਿਕ ਪਰਿਵਰਤਨ, ਇਸ ਦੀਆਂ ਵਿਸ਼ੇਸ਼ਤਾਵਾਂ। ਨੈਕਸਟ ਕੁਐਸਚਨ, ਸਮਾਜਿਕ ਪਰਿਵਰਤਨ ਦੇ ਵੱਖ-ਵੱਖ ਕਾਰਕਾਂ ਦੀ ਚਰਚਾ ਕਰੋ। ਉਸ ਤੋਂ ਬਾਅਦ ਸਮਾਜਿਕ ਪਰਿਵਰਤਨ ਦੀ ਪ੍ਰਕਿਰਤੀ ਲਿਖੋ। ਫਿਰ ਹੈ ਉਦਾਰ ਜਮਹੂਰੀਅਤ ਦੀਆਂ ਵਿਸ਼ੇਸ਼ਤਾਵਾਂ ਲਿਖੋ, ਸੁਤੰਤਰਤਾ ਦੀਆਂ ਐਂਡ ਲੋਕਤੰਤਰ ਦੀਆਂ। ਲੋਕਤੰਤਰ ਦੀ ਪਰਿਭਾਸ਼ਾ ਦਿਓ, ਲੋਕਤੰਤਰ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਅਤੇ ਕਿਸਮਾਂ ਲਿਖੋ। ਨੈਕਸਟ ਹੈ ਲੋਕਤੰਤਰ ਦੇ ਕੁਲੀਨ ਸਿਧਾਂਤ ਦਾ ਆਲੋਚਨਾਤਮਕ ਮੁਲਾਂਕਣ ਕਰੋ। ਐਂਡ ਦੈਨ ਲੋਕਤੰਤਰ ਦੇ ਐਲੀਟਿਸਟ ਸਿਧਾਂਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ। ਅੱਗੇ ਹੈ ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਸ਼ਰਤਾਂ ਕੀ ਹਨ। ਐਂਡ ਦੈਨ ਉਦਾਰਵਾਦੀ ਲੋਕਤੰਤਰ ਸਰਕਾਰ ਦਾ ਸਭ ਤੋਂ ਵਧੀਆ ਰੂਪ ਹੈ, ਕਿ ਤੁਸੀਂ ਇਸ ਦ੍ਰਿਸ਼ਟੀਕੋਣ ਨਾਲ ਸਹਿਮਤ ਹੋ। ਐਂਡ ਦੈਨ ਲੋਕਤੰਤਰ ਦੀਆਂ ਖੂਬੀਆਂ ਅਤੇ ਨੁਕਸਾਨ ਦੀ ਚਰਚਾ ਕਰੋ, ਇਸ ਦੀਆਂ ਕਮੀਆਂ ਜਿਹੜੀਆਂ ਹੈਗੀਆਂ ਉਹ ਇੱਥੇ ਦੱਸਣੀਆਂ। ਐਂਡ ਦੈਨ ਸਮਾਜਿਕ ਪਰਿਵਰਤਨ ਦੀਆਂ ਵਿਸ਼ੇਸ਼ਤਾਵਾਂ ਅਤੇ ਸਮਾਜਿਕ ਤਬਦੀਲੀ ਦੇ ਵੱਖ-ਵੱਖ ਕਾਰਕਾਂ ਦੀ ਚਰਚਾ ਕਰੋ। ਇਸ ਤਰ੍ਹਾਂ ਦੇ ਨਾਲ ਤੁਸੀਂ ਇਹਨਾਂ ਕੁਐਸਚਨਸ ਦੀ ਤਿਆਰੀ ਕਰ ਲੈਣੀ ਹੈ। ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਚੀਜ਼ ਨਹੀਂ ਸਮਝ ਆਉਂਦੀ, ਤੁਹਾਡਾ ਪੇਪਰ ਕਿਸ ਤਰ੍ਹਾਂ ਹੁੰਦਾ ਹੈ, ਇਸ ਬਾਰੇ ਮੈਨੂੰ ਜ਼ਰੂਰ ਦੱਸਣਾ। ਕਿੰਨਾ ਪੇਪਰ ਇਸ ਦੇ ਵਿੱਚੋਂ ਤੁਹਾਨੂੰ ਆਉਂਦਾ ਹੈ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਨਾ, ਔਰ ਤੁਹਾਡੇ ਮਾਰਕਸ ਕਿੰਨੇ ਆਉਂਦੇ ਆ ਉਦੋਂ ਵੀ ਜ਼ਰੂਰ ਯਾਦ ਰੱਖਣਾ ਕਿ ਤੁਸੀਂ ਇੱਥੋਂ ਪੇਪਰ ਦੀ ਤਿਆਰੀ ਕੀਤੀ ਸੀ ਅਤੇ ਤੁਹਾਡੇ ਕਿੰਨੇ ਮਾਰਕਸ ਆਏ ਆ ਉਹ ਵੀ ਮੈਨੂੰ ਜ਼ਰੂਰ ਦੱਸਣਾ। ਥੈਂਕ ਯੂ। ਅਸੀਂ ਆਪਣੇ ਅਗਲੇ ਵੀਡੀਓ ਵਿੱਚ ਫਿਰ ਮਿਲਾਂਗੇ। ਥੈਂਕ ਯੂ ਸੋ ਮਚ।